ਦੋਸਤੋ ਅੱਜ ਆਪਾਂ ਪੰਜਾਬ ਸਰਕਾਰ ਦੀ ਥੋੜ੍ਹੀ ਜਿਹੀ ਗੱਲ ਕਰਦੇ ਹਾਂ। ਨਵੀਂ ਸਰਕਾਰ ਦੀ ਪਿਛਲੇ ਦਿਨਾਂ ਦੇ ਵਿੱਚ ਜੋ ਵੀ ਖਬਰਾਂ ਦੇਖਣ ਵਿੱਚ ਆਈਆਂ ਨੇ, ਇੱਕ ਤਾਂ ਮੇਨ ਜੋ ਇੱਕ ਇੰਡਸਟਰੀਅਲ ਪਾਰਕ ਕਾਂਗਰਸ ਸਰਕਾਰ ਦੇ ਟਾਈਮ ਪਾਸ ਹੋਈ ਸੀ, ਮੱਤੇਵਾੜਾ ਜਗ੍ਹਾ ਹੈਗੀ ਸਤਲੁਜ ਦੇ ਕੰਢੇ, ਜਿਹੜੀ ਕਿ ਮਾਛੀਵਾੜੇ ਅਤੇ ਕੂਮ ਕਲਾਂ ਦੇ ਵਿਚਕਾਰ ਜੇ ਕਿਤੇ ਪੈ ਜਾਂਦੀ ਹੈ। ਉੱਥੇ ਕਾਫੀ 700-800 ਏਕੜ ਦਾ ਜੰਗਲ ਹੈਗਾ। ਅਤੇ ਜੋ ਕਾਂਗਰਸ ਦੇ ਟਾਈਮ ਸਰਕਾਰ ਦੇ ਇੰਡਸਟਰੀਅਲ ਪਾਰਕ ਉੱਥੇ ਪਾਸ ਹੋਈ ਸੀਗੀ, ਉਸ ਦੇ ਮੁਤਾਬਕ ਉੱਥੋਂ ਸਾਰਾ ਜੰਗਲ ਕੱਟਿਆ ਜਾਣਾ ਸੀ ਅਤੇ ਉੱਥੇ ਇੰਡਸਟਰੀ ਲੱਗਣੀ ਸੀਗੀ, ਅਤੇ ਉਸ ਦਾ ਇੰਡਸਟਰੀ ਦਾ ਗੰਦਾ ਪਾਣੀ ਸਤਲੁਜ ਦੇ ਵਿੱਚ ਪਾਇਆ ਜਾਣਾ ਸੀ। ਅਤੇ ਉਹ ਹੁਣ ਸਰਕਾਰ ਬਦਲ ਗਈ ਅਤੇ ਪਹਿਲੀਆਂ ਸਰਕਾਰ ਦੀਆਂ ਜਿਹੜੀਆਂ ਪਾਲਿਸੀਆਂ ਹੁੰਦੀਆਂ ਉਹ ਇੱਦਾਂ ਇੱਕ ਸਕਿੰਟ ਦੇ ਵਿੱਚ ਕੈਂਸਲ ਨਹੀਂ ਹੋ ਸਕਦੀਆਂ। ਉਹਦੇ ਵਾਸਤੇ ਪਹਿਲਾਂ ਜਦੋਂ ਆਪੋਜੀਸ਼ਨ ਵਿੱਚ ਸੀਗੀ, ਇਹਨਾਂ ਨੇ ਪ੍ਰੋਟੈਸਟ ਕੀਤਾ ਸੀਗਾ, ਅਤੇ ਹੁਣ ਆਪ ਸਰਕਾਰ ਨੇ ਉਸ ਨੂੰ ਮੀਡੀਆ ਦੇ ਵਿੱਚ ਲੈ ਆਂਦਾ। ਮੀਡੀਆ ਦੇ ਵਿੱਚ ਲੈ ਕੇ ਆਉਣ ਦੇ ਨਾਲ ਬਹੁਤ ਜ਼ਿਆਦਾ ਜਥੇਬੰਦੀਆਂ ਅਤੇ ਆਪੋਜੀਸ਼ਨ ਪਾਰਟੀਆਂ, ਕਾਂਗਰਸ, ਅਕਾਲੀ ਦਲ ਸਾਰੇ ਉੱਥੇ ਇਕੱਠੇ ਹੋ ਕੇ ਉਸ ਦੇ ਖਿਲਾਫ, ਆਪ ਸਰਕਾਰ ਦੇ ਖਿਲਾਫ ਵੀ ਤੁਸੀਂ ਉੱਥੇ ਇੰਡਸਟਰੀ ਨਹੀਂ ਲਾ ਸਕਦੇ, ਇਕੱਠੇ ਹੋ ਕੇ ਰੈਲੀਆਂ ਕੀਤੀਆਂ ਨੇ। ਅਤੇ ਭਗਵੰਤ ਮਾਨ ਦੀ ਸਰਕਾਰ ਨੇ ਉਹ ਜਿਹੜੀ ਪਲੈਨਿੰਗ ਸੀਗੀ ਉਹ ਕੈਂਸਲ ਕਰਤੀ। ਕੈਂਸਲ ਉਹ ਵੈਸੇ ਵੀ ਕਰ ਸਕਦੇ ਸੀਗੇ, ਉਹਨਾਂ ਨੇ ਕਰੇ ਦੇਣੀ ਸੀ ਕੈਂਸਲ ਤਾਂ, ਪਰ ਜੇ ਚੁੱਪ ਚਪੁੱਤੇ ਕੈਂਸਲ ਕਰ ਦਿੰਦੇ ਤਾਂ ਉਹਦਾ ਇੰਨਾ ਰੌਲਾ ਨਹੀਂ ਸੀ ਪੈਣਾ ਅਤੇ ਕ੍ਰੈਡਿਟ ਸਰਕਾਰ ਨੂੰ ਨਹੀਂ ਸੀ ਜਾਣਾ। ਸੋ ਉਹਨਾਂ ਨੇ ਪਹਿਲਾਂ ਪੂਰਾ ਹਾਈਪ ਬਣਾ ਦਿੱਤੀ ਵੀ ਉੱਥੇ ਜਿਹੜੀ ਇੰਡਸਟਰੀ ਆ ਰਹੀ ਹੈ। ਫਿਰ ਲੋਕ ਇਕੱਠੇ ਹੋ ਗਏ, ਉੱਥੇ ਕਾਂਗਰਸ ਵਾਲੇ ਵੀ ਬੈਠੇ, ਜਾ ਕੇ ਅਕਾਲੀ ਦਲ ਦੇ ਵੀ ਬੈਠੇ, ਸਿੱਖ ਜਥੇਬੰਦੀਆਂ ਵੀ ਬੈਠੀਆਂ, ਹੋਰ ਜਿਹੜੀਆਂ NGO ਸੀਗੀਆਂ ਉਹ ਵੀ ਬੈਠੀਆਂ, ਅਤੇ ਉਹਨਾਂ ਨੇ ਦੂਜੇ ਦਿਨ ਹੀ ਕੈਂਸਲ ਕਰ ਦਿੱਤਾ। ਅਤੇ ਦੂਜਾ ਉਹਨਾਂ ਨੇ ਇਹ ਸ਼ੋਅ ਕੀਤਾ ਵੀ ਜਿਹੜੀ ਇਹ ਸਰਕਾਰ ਹੈਗੀ, ਆਪ ਸਰਕਾਰ ਹੈਗੀ, ਇਹ ਲੋਕਾਂ ਦੀਆਂ ਗੱਲਾਂ ਮੰਨਦੀ ਹੈ। ਜੇ ਲੋਕ ਇਕੱਠੇ ਹੋ ਕੇ ਉੱਥੇ ਕਹਿੰਦੇ ਵੀ ਨਹੀਂ ਇੰਡਸਟਰੀ ਲੱਗਣੀ, ਅਸੀਂ ਨਹੀਂ ਲਾਉਂਦੇ। ਅਤੇ ਇਹ ਇੱਕ ਉਹਨਾਂ ਦੀ ਪਲੈਨਿੰਗ ਸੀਗੀ ਲੋਕਾਂ ਤੋਂ ਵਾਹ ਕਰਾਉਣ ਦੀ। ਕੈਂਸਲ ਤਾਂ ਉਹਨਾਂ ਨੇ ਵੈਸੇ ਹੀ ਕਰ ਦੇਣੀ ਸੀਗੀ। ਹੁਣ ਬਹੁਤ ਜ਼ਿਆਦਾ ਬੰਦੇ, ਕਈ ਇੰਡੀਵਿਜੂਅਲ ਹੋ ਗਏ, ਕੋਈ ਸਮਾਜ ਸੇਵੀ ਹੋ ਗਏ, ਕੋਈ ਦੂਜੇ ਹੈਗੇ, ਉਹ ਬੜੇ 2-3 ਦਿਨ ਹੋ ਗਏ ਚੌੜੇ ਹੋਏ ਫਿਰਦੇ ਨੇ ਵੀ ਅਸੀਂ ਜੀ ਉਹ ਕੈਂਸਲ ਕਰਵਾਤੀ। ਕੈਂਸਲ ਤਾਂ ਸਰਕਾਰ ਨੇ ਵੈਸੇ ਹੀ ਕਰ ਦੇਣੀ ਸੀਗੀ, ਪਰ ਤੁਹਾਡੇ ਰੌਲਾ ਪਾਉਣ ਦੇ ਨਾਲ ਉਹ ਬੜੀ ਹਾਈਲਾਈਟ ਹੋ ਗਈ, ਅਤੇ ਉਹਦਾ ਸਰਕਾਰ ਨੂੰ ਹੀ ਕ੍ਰੈਡਿਟ ਮਿਲਣਾ ਹੈ, ਕਿਉਂਕਿ ਪੇਪਰਾਂ ਦੇ ਵਿੱਚ ਜਿੱਥੇ ਸਾਈਨ ਹੋਏ ਵੇ ਉੱਥੇ ਭਗਵੰਤ ਸਿੰਘ ਮਾਨ ਦੇ ਸਾਈਨ ਨਿਕਲਣੇ ਨੇ ਅੱਜ ਤੋਂ 20 ਸਾਲ ਨੂੰ ਵੀ ਉਹਨੇ ਆਹ ਕੈਂਸਲ ਕੀਤੀ ਸੀਗੀ। ਅਤੇ ਦੂਜੀ ਗੱਲ, ਉੱਥੇ ਮੇਰੇ ਦੇਖਣ 'ਚ ਆਇਆ, ਤੁਸੀਂ ਜਿੰਨੇ ਵੀ ਲੋਕ ਆ ਬਾਹਰਲੇ ਮੁਲਕਾਂ ਦੇ ਵਿੱਚ ਰਹਿੰਦੇ ਹੋ, ਹਰ ਇੱਕ ਬੰਦਾ, ਚਾਹੇ ਕੋਈ ਲੇਬਰ ਕਰਦਾ, ਚਾਹੇ ਕੋਈ ਬਿਜ਼ਨਸ ਕਰਦਾ, ਚਾਹੇ ਕੋਈ ਬਹੁਤ ਚੰਗੀ ਜੋਬ ਕਰਦਾ, ਕਮ ਸੇ ਕਮ 40 ਘੰਟੇ ਤਾਂ ਹਫ਼ਤੇ 'ਚ ਲਾਉਂਦਾ ਹੀ ਆ ਨਾ। 5 ਜਾਂ 6 ਦਿਨ ਤਾਂ ਕੰਮ 'ਤੇ ਜਾਂਦਾ ਹੈ। ਜਿਸ ਦਿਨ ਤੁਹਾਨੂੰ ਕੋਈ ਬੰਦਾ ਮਰ ਜਾਵੇ, ਕਿਸੇ ਸੰਸਕਾਰ 'ਤੇ ਜਾਣਾ ਪਵੇ ਸਾਫ਼ ਸੰਬੰਧੀ ਦੇ, ਤਾਂ ਤੁਹਾਨੂੰ ਫਿਕਰ ਲੱਗ ਜਾਂਦਾ ਵੀ ਯਾਰ ਵੀਕਡੇ ਦੇ ਵਿੱਚ ਸੰਸਕਾਰ ਰੱਖ ਲਿਆ, ਅੱਜ ਦਿਹਾੜੀ ਭਰਨੀ ਪੈਣੀ ਹੈ। ਹੁਣ ਤੁਸੀਂ ਉੱਥੇ ਦੇਖੋ ਕਿੰਨੀ ਲਗੌੜ ਧਰਨਿਆਂ 'ਤੇ ਜਾਣੇ ਨੂੰ। ਹਰ ਰੋਜ਼ ਨਹਾ ਕੇ ਤਿਆਰ ਹੋ ਕੇ ਕੁੜਤੇ ਪਜਾਮੇ ਪਾ ਕੇ ਸੁਬਾਹ ਖੜ੍ਹ ਜਾਂਦੇ ਨੇ ਵੀ ਅੱਜ ਕਿਤੇ ਧਰਨਾ ਲੱਗੀ, ਉੱਥੇ ਜਾਈਏ। ਤੁਸੀਂ ਕਦੇ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਕਿੱਡੇ ਕੁ ਤਕੜੇ ਲੈਂਡਲੋਰਡ ਹੋ, ਕਿਹੜੀਆਂ ਤੁਹਾਡੀਆਂ ਫੈਕਟਰੀਆਂ ਚੱਲਦੀਆਂ? ਤੁਸੀਂ ਹਰ ਰੋਜ਼ ਕਦੇ 100 ਕਿਲੋਮੀਟਰ ਤੇਲ ਫੂਕ ਕੇ ਉੱਧਰ ਨੂੰ ਚਲੇ ਗਏ ਧਰਨਾ ਲਾਉਣ, ਕਦੇ 50 ਕਿਲੋਮੀਟਰ ਉੱਧਰ ਨੂੰ ਚਲੇ ਗਏ, ਵੀ ਤੁਹਾਡੀ ਕਮਾਈ ਕਿੱਥੋਂ ਆਉਂਦੀ ਹੈ? ਫਿਰ ਕਹਿੰਦੇ ਵੀ ਪੰਜਾਬ ਕੈਲੀਫੋਰਨੀਆ ਨਹੀਂ ਬਣਦਾ। ਕੈਲੀਫੋਰਨੀਆ ਕਿਵੇਂ ਬਣੂਗਾ? ਸਾਲਾ ਅੱਧੀ ਦੁਨੀਆ ਤੇ 90% ਦੁਨੀਆ ਤਾਂ ਵਿਹਲੜ ਤੁਰੀ ਫਿਰਦੀ ਆ ਉੱਥੇ ਕੰਮ ਛੱਡ ਕੇ। ਸੁਬਾਹ ਰੋਟੀਆਂ ਪਾੜ ਕੇ ਘਰੇ ਜਨਾਨੀਆਂ ਨੂੰ ਇੱਦਾਂ ਦੱਸ ਕੇ ਜਾਂਦੇ ਵੀ ਅੱਜ ਬਹੁਤ ਬੜਾ ਪਹਾੜ ਪੱਟਣ ਚੱਲੇ ਹਾਂ, ਅਸੀਂ ਉਹ ਬਸ ਦੇਸ਼ ਦੇ ਰਾਖੇ ਹੋ ਗਏ, ਅਸੀਂ ਅੱਜ ਹੁਣ ਆਹ ਚੇਂਜ ਕਰਨ ਚੱਲੇ ਹਾਂ, ਅੱਜ ਵਾਤਾਵਰਨ ਚੇਂਜ ਕਰਨ ਚੱਲੇ ਹਾਂ, ਅੱਜ ਬੋਲੀ ਪੰਜਾਬੀ ਨੂੰ ਕਰਾਉਣ ਚੱਲੇ ਹਾਂ। ਅਤੇ ਉਹਨਾਂ ਦਾ ਕੋਈ ਇਨਕਮ ਸੋਰਸ ਹੈਗਾ? ਤੁਸੀਂ ਜਿੰਨੀ ਦੁਨੀਆ ਬਾਹਰ ਬੈਠੀ ਹੈ ਇੰਡੀਆ ਤੋਂ ਕੰਮ ਕਰਨ ਆਈ ਹੋਈ ਹੈ, ਤੁਸੀਂ ਮੈਨੂੰ ਦੱਸੋ ਵੀ ਤੁਸੀਂ ਕਿਹੜੀ ਦਿਹਾੜੀ ਭੰਨ ਸਕਦੇ ਹੋ? ਨਾਲੇ ਕਿ ਤੁਹਾਨੂੰ ਰੈਗੂਲਰ ਇਨਕਮ ਆਉਂਦੀ ਹੈ, ਚੰਗੇ ਪੈਸੇ ਮਿਲਦੇ ਨੇ। ਇੰਡੀਆ ਦੇ ਹਿਸਾਬ ਨਾਲ ਕਿਸੇ ਦੀ 10 ਗੁਣਾ ਤਨਖਾਹ ਹੈ, ਕਿਸੇ ਦੀ 20 ਗੁਣਾ ਤਨਖਾਹ ਹੈ, ਕਿਸੇ ਦੀ 100 ਗੁਣਾ ਕਮਾਈ ਹੈਗੀ। ਉੱਥੇ ਅੱਜ ਜਿੰਨੇ ਤੁਹਾਡੇ ਸਾਹਮਣੇ ਸੋਸ਼ਲ ਮੀਡੀਆ 'ਤੇ ਵਿਹਲੜ ਤੁਰੇ ਫਿਰਦੇ ਹੈ, ਕਦੇ ਇਹਨਾਂ ਨੂੰ ਪੁੱਛਿਓ ਵੀ ਤੁਹਾਡੇ ਦੱਸੋ ਕਿਹੜੀ ਤੁਹਾਡੀ ਟਰਾਂਸਪੋਰਟ ਚੱਲਦੀ ਹੈ? ਕਿਹੜੇ ਤੁਹਾਡੇ 200-200 400 ਏਕੜ ਦੇ ਫਾਰਮ ਹੈਗੇ ਜਿੱਥੋਂ ਇੰਨੀ ਕਮਾਈ ਆਉਂਦੀ ਹੈਗੀ ਵੀ ਤੁਸੀਂ ਤੇਲ ਫੂਕਦੇ ਮੂੰਹ ਚੱਕ ਕੇ ਕਦੇ ਉੱਧਰ ਨੂੰ ਚਲੇ ਗਏ, ਕਦੇ ਉੱਧਰ ਨੂੰ ਚਲੇ ਗਏ ਸਰਕਾਰ ਦੇ ਖਿਲਾਫ ਬੋਲਣ। ਸਰਕਾਰ ਬਣ ਗਈ, ਉਹ ਸਰਕਾਰ ਨੂੰ ਟਾਈਮ ਦਿਓ, 5-7 ਮਹੀਨੇ ਦਾ, ਸਾਲ ਦਾ ਟਾਈਮ ਦਿਓ। ਉਹ ਚਾਹੇ ਕਿਸੇ ਨੂੰ ਦਿੱਲੀ 'ਤੇ ਲਿਆ ਕੇ ਠੀਕ ਕਰਾਉਣ, ਚਾਹੇ ਕਿਸੇ ਨੂੰ ਅਮਰੀਕਾ ਤੋਂ ਲਿਆ ਕੇ ਠੀਕ ਕਰਾਉਣ, ਸਰਕਾਰ ਦੀ ਜ਼ਿੰਮੇਵਾਰੀ ਆ ਵੀ ਉਹਨਾਂ ਦੇ ਸਟੇਟ ਕਿਵੇਂ ਠੀਕ ਕਰਨਾ ਹੈ।
ਹੁਣ ਮਾਈਕਰੋਸਾਫਟ ਹੈਗਾ, ਅਮਰੀਕਾ ਦੀ ਕੰਪਨੀ ਹੈ, ਉਹਦਾ CEO ਹੈਗਾ ਜਿਹੜਾ ਉਹ ਇੰਡੀਆ ਦਾ ਹੈ। ਗੂਗਲ ਹੈਗਾ ਜਿਹੜਾ ਗੂਗਲ ਦਾ CEO ਹੈ ਉਹ ਇੰਡੀਆ ਦਾ ਹੈ। ਜੇ ਕੱਲ੍ਹ ਨੂੰ ਅਮਰੀਕਾ ਵਾਲੇ ਖੜ੍ਹ ਕੇ ਰੌਲਾ ਪਾਉਣ ਲੱਗ ਜਾਣ ਵੀ ਦੇਖੋ ਜੀ ਕੰਪਨੀਆਂ ਤਾਂ ਸਾਡੀਆਂ, ਇਹ ਤੁਸੀਂ ਇੰਡੀਆ ਵਾਲੇ ਕਿਉਂ ਲਿਆਂਦੇ? ਉਹਨਾਂ ਨੇ ਉਹ ਬੰਦੇ ਲਿਆਂਦੇ ਨੇ ਜਿਹੜੇ ਕੰਪੀਟੀਟਿਵ ਬੰਦੇ ਨੇ, ਜਿਹੜੇ ਕੰਪਨੀਆਂ ਨੂੰ ਪ੍ਰੋਫਿਟ 'ਚ ਲਿਜਾ ਸਕਦੇ ਆ। ਇੱਦਾਂ ਹੀ ਜਿਹੜਾ ਸਾਡਾ ਸਟੇਟ ਹੈਗਾ, ਸਟੇਟ ਦੀ ਬਹੁਤ ਬੁਰੀ ਹਾਲਤ ਹੈ। ਉਹਨਾਂ ਨੂੰ ਬੰਦੇ ਜੇ ਬਾਹਰੋਂ ਲਿਆਉਣੇ ਪੈਣਗੇ, ਉਹ ਬਾਹਰੋਂ ਵੀ ਲਿਆਉਣਗੇ ਉਸ ਨੂੰ ਸਟੇਟ ਦੀ ਜਿਹੜੀ ਹਾਲਤ ਸੁਧਾਰਨ ਵਾਸਤੇ। ਸਾਨੂੰ ਸਮਾਂ ਦੇਣਾ ਚਾਹੀਦਾ। ਬਾਕੀ ਜਿਹੜਾ ਦਿੱਲੀ ਬੰਦਾ ਰਹਿੰਦਾ ਹੈ ਉਹ ਇੰਡੀਆ ਦਾ ਹੀ ਬੰਦਾ ਹੈ, ਕੋਈ ਇੱਦਾਂ ਦੀ ਗੱਲ ਨਹੀਂ। ਜੇ ਸਾਡੇ 18 ਮੈਂਬਰ ਪਾਰਲੀਮੈਂਟ ਬਣ ਸਕਦੇ ਆ ਕੈਨੇਡਾ ਦੇ ਵਿੱਚ ਜਾ ਕੇ ਇੰਡੀਆ ਤੋਂ, ਜੇ ਦਿੱਲੀ ਵਾਲਾ ਬੰਦਾ ਪੰਜਾਬ 'ਚ ਆ ਕੇ ਕੋਈ ਅਹੁਦਾ ਲੈ ਵੀ ਲੈਂਦਾ ਹੈ ਤਾਂ ਤੁਹਾਡਾ ਢਿੱਡ ਦੁਖਦਾ। ਉਹਨੂੰ ਪਹਿਲਾਂ ਟੈਸਟ ਕਰਕੇ ਦੇਖ ਲਓ, ਟਾਈਮ ਦੇ ਕੇ ਦੇਖ ਲਓ, ਸਾਲ ਖੰਡ ਦਿਓ, ਫਿਰ ਦੇਖੋ ਵੀ ਸਾਡਾ ਨੁਕਸਾਨ ਕੀ ਕਰਦਾ, ਫਾਇਦਾ ਕੀ ਕਰਦਾ। ਜੇ ਨੁਕਸਾਨ ਕਰਦਾ ਹੈ ਫਿਰ ਜਦ ਮਰਜ਼ੀ ਉਹਨੂੰ ਭਜਾ ਦਿਓ, ਫਿਰ ਰੌਲਾ ਪਾ ਲਓ, ਧਰਨੇ ਲਾ ਲਓ, ਉੱਥੇ ਬੈਠ ਜਾਓ, ਪਾਰਲੀਮੈਂਟ ਦੇ ਸਾਹਮਣੇ ਬੈਠ ਜਾਓ, ਚੀਫ ਮਿਨਿਸਟਰ ਦੇ ਘਰ ਦੇ ਸਾਹਮਣੇ ਬੈਠ ਜਾਓ, ਪਰ ਮੌਕਾ ਤਾਂ ਦਿਓ ਨਾ। ਹੁਣ ਹੋਰ ਤਾਂ ਕੋਈ ਨਾ ਆਪੋਜੀਸ਼ਨ ਕੋਈ ਗੱਲ ਭੌਂਕਣ ਨੂੰ ਹੈ। ਆ ਜਿਹੜੇ ਬਾਕੀ ਵਿਹਲੜ ਰੋਜ਼ ਰੋਟੀਆਂ ਪਾੜ ਕੇ ਘਰੋਂ ਤਿਆਰ ਹੋ ਜਾਂਦੇ ਆ ਸਾਫੇ ਬੰਨ੍ਹ ਕੇ ਧਰਨੇ ਵਾਸਤੇ, ਨਾ ਇਹਨਾਂ ਕੋਈ ਹੋਰ ਗੱਲ ਹੈ। ਜੇ ਉਦੋਂ ਕੋਈ ਹੋਰ ਗੱਲ ਨਹੀਂ ਹੁੰਦੀ ਤਾਂ ਸਰਕਾਰ ਦੇ ਪਿੱਛੇ ਪੈ ਜਾਂਦੇ ਆ। ਐਸੇ ਕਰਕੇ ਉੱਥੇ ਕੋਈ ਤਰੱਕੀ ਨਹੀਂ ਹੋ ਰਹੀ। ਜੇ ਸਰਕਾਰ ਨੂੰ, ਪੁਲਿਸ ਨੂੰ ਕਿਸੇ ਚੰਗੇ ਪਾਸੇ ਆਪਣਾ ਟਾਈਮ ਲਾਉਣ ਦੇਣਗੇ, ਬਜਾਏ ਕਿ ਧਰਨਿਆਂ ਵਾਲਾ ਨਾਲ ਧੱਕਾ ਹੋਣ ਦੇ, ਤਾਂ ਹੀ ਕੁਝ ਬਣੂਗਾ। ਸੋ ਭਰਾਵੋ, ਉੱਥੇ ਜੇ ਕੋਈ ਆਪਣਾ ਸਾਕ ਸੰਬੰਧੀ ਹੈਗਾ ਉਹਨਾਂ ਨੂੰ ਸਮਝਾਓ ਕਿ ਇੱਥੇ ਵਿਹਲੜ ਨਾ ਬਣੋ, ਕੰਮ ਕਰੋ, ਸਰਕਾਰ ਨੂੰ ਕੰਮ ਕਰਨ ਦਿਓ, ਸਾਲ ਖੰਡ ਇਹਨਾਂ ਨੂੰ ਚੱਲਣ ਦਿਓ। ਚਾਹੇ ਦਿੱਲੀ ਵਾਲਿਆਂ 'ਤੇ ਸਹੀ ਕਰਾਉਣ, ਚਾਹੇ ਕਿਸੇ ਕਲਕੱਤੇ ਵਾਲਿਆਂ 'ਤੇ ਸਹੀ ਕਰਾਉਣ, ਇਹਨਾਂ 'ਤੇ ਸਹੀ ਕਰਾਉਣ। ਜੇ ਨਹੀਂ ਕਰਾਉਣਗੇ ਫਿਰ ਕੱਲ੍ਹ ਨੂੰ ਬਦਲ ਦਿਓ, ਫਿਰ ਪੰਜਾਬ ਵਾਲਿਆਂ ਨੂੰ ਵੀ ਬਦਲ ਦਿਓ, ਫਿਰ ਇਹਨਾਂ 'ਤੇ ਵੀ ਕਿਆ ਦੁੱਧ ਲੈਣਾ। ਥੈਂਕ ਯੂ।